ਅਸਲਾਮ ਵਾਲੇਕੁਮ। ਸੋਨਾ ਗੱਖੜ ਦੇ ਪਿਆਰੇ ਦੋਸਤੋ, ਕਹਿੰਦੇ ਨੇ ਗੁਨਾਹ ਦੀ ਉਮਰ ਲੰਬੀ ਜ਼ਰੂਰ ਹੁੰਦੀ ਏ ਪਰ ਮੌਤ ਤੋਂ ਲੰਬੀ ਨਹੀਂ। ਇਨਸਾਨ ਦੁਨੀਆ ਦੀ ਅੱਖ ਤੋਂ ਤੇ ਛੁਪ ਸਕਦਾ ਏ ਪਰ ਆਪਣੇ ਜ਼ਮੀਰ ਤੇ ਰੱਬ ਦੀ ਲਾਠੀ ਤੋਂ ਕਦੀ ਵੀ ਬਚ ਨਹੀਂ ਸਕਦਾ। ਅੱਜ ਦੀ ਇਹ ਦਾਸਤਾਨ ਪੰਜਾਬ ਦੇ ਇੱਕ ਐਸੇ ਪਿੰਡ ਦੀ ਏ ਜਿੱਥੇ ਇੱਕ ਪੁਰਾਣੀ ਹਵੇਲੀ ਦੇ ਅੰਧੇਰਿਆਂ ਵਿੱਚ ਇੱਕ ਐਸਾ ਰਾਜ਼ ਦਫਨ ਸੀ ਜਿਸ ਨੇ ਪੂਰੇ ਪਿੰਡ ਦੀ ਨੀਂਦ ਉਡਾਈ ਹੋਈ ਸੀ। ਇੱਕ ਅਮੀਰ ਜ਼ਮੀਂਦਾਰ, ਇੱਕ ਪੁਰਾਣਾ ਸੰਦੂਕ और एक ऐसी चीख जो 20 साल बाद सुनाई ਦਿੱਤੀ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਦਿਲ ਹਿਲਾਉਣ ਵਾਲੀ ਦਾਸਤਾਨ। ਪੰਜਾਬ ਦੇ ਇੱਕ ਜ਼ਰਖੇਜ਼ ਪਿੰਡ ਵਿੱਚ ਚੌਧਰੀ ਜਮਸ਼ੇਦ ਦੀ ਧਾਕ ਬੈਠੀ ਹੋਈ ਸੀ। ਉਹਦੇ ਕੋਲ ਹਜ਼ਾਰਾਂ ਏਕੜ ਜ਼ਮੀਨ, ਨੌਕਰ ਚਾਕਰ ਔਰ ਹਰ ਤਰ੍ਹਾਂ ਦੀ ਆਸਾਇਸ਼ ਸੀ। ਪਰ ਪਿੰਡ ਵਾਲੇ ਕਹਿੰਦੇ ਸਨ ਕਿ ਜਮਸ਼ੇਦ ਦੀ ਅੱਖ ਵਿੱਚ ਕਦੀ ਸਕੂਨ ਨਹੀਂ ਵੇਖਿਆ। ਉਹ ਹਰ ਵਕਤ ਪਰੇਸ਼ਾਨ ਰਹਿੰਦਾ ਸੀ, ਜਿਵੇਂ ਕੋਈ ਸਾਇਆ ਉਹਦਾ ਪਿੱਛਾ ਕਰਦਾ ਹੋਵੇ। ਜਮਸ਼ੇਦ ਦਾ ਇੱਕ ਹੀ ਬੇਟਾ ਸੀ, ਅਰਮਾਨ, ਜੋ ਸ਼ਹਿਰ ਤੋਂ ਪੜ੍ਹ ਕੇ ਆਇਆ ਸੀ। ਅਰਮਾਨ ਨੇ ਵੇਖਿਆ ਕਿ ਉਹਦਾ ਬਾਪ ਹਰ ਰਾਤ ਇੱਕ ਬੰਦ ਕਮਰੇ ਵਿੱਚ ਜਾਂਦਾ ਏ ਔਰ ਬੜੀ ਦੇਰ ਤੱਕ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ। ਪਿੰਡ ਵਿੱਚ ਇੱਕ ਪੁਰਾਣੀ ਹਵੇਲੀ ਸੀ ਜੋ ਜਮਸ਼ੇਦ ਦੇ ਪੁਰਖਾਂ ਦੀ ਸੀ, ਪਰ ਉੱਥੇ ਕੋਈ ਜਾਂਦਾ ਨਹੀਂ ਸੀ। ਕਿਹਾ ਜਾਂਦਾ ਸੀ ਕਿ ਉੱਥੇ ਕਾਰਾਜ਼ਾਰ ਦੀ ਰੂਹ ਭਟਕਦੀ ਏ। ਇੱਕ ਰਾਤ ਅਰਮਾਨ ਨੇ ਹਿੰਮਤ ਕੀਤੀ ਔਰ ਬਾਪ ਦਾ ਪਿੱਛਾ ਕੀਤਾ। ਉਹਨੇ ਵੇਖਿਆ ਕਿ ਜਮਸ਼ੇਦ ਹਵੇਲੀ ਦੇ ਤਹਿਖਾਨੇ ਵਿੱਚ ਗਿਆ ਔਰ ਉੱਥੇ ਇੱਕ ਪੁਰਾਣਾ ਲੱਕੜੀ ਦਾ ਸੰਦੂਕ ਖੋਲ੍ਹਿਆ। ਉਸ ਸੰਦੂਕ ਵਿੱਚ ਕੋਈ ਸੋਨਾ ਚਾਂਦੀ ਨਹੀਂ ਸੀ, ਬਲਕਿ ਸਿਰਫ ਇੱਕ ਖੂਨ ਨਾਲ ਲੱਤ-ਪੱਤ ਹੋਇਆ ਕੁੜਤਾ ਸੀ ਔਰ ਇੱਕ ਪੁਰਾਣੀ ਤਸਵੀਰ ਸੀ। ਜਮਸ਼ੇਦ ਉਸ ਕੁੜਤੇ ਨੂੰ ਫੜ ਕੇ ਬੱਚਿਆਂ ਵਾਂਗਰੂ ਰੋ ਰਿਹਾ ਸੀ ਔਰ ਕਹਿ ਰਿਹਾ ਸੀ, ਮਾਫ਼ ਕਰ ਦੇ ਮੀਰੇ, ਮੈਨੂੰ ਮਾਫ਼ ਕਰ ਦੇ। ਅਰਮਾਨ ਹੈਰਾਨ ਰਹਿ ਗਿਆ। ਮੀਰਾ ਕੌਣ ਸੀ? ਉਹਨੇ ਪਿੰਡ ਦੇ ਇੱਕ ਪੁਰਾਣੇ ਬਾਬਾ ਜੀ, ਬਾਬਾ ਰਹਿਮਤ ਨੂੰ ਪੁੱਛਿਆ। ਬਾਬਾ ਰਹਿਮਤ ਨੇ ਪਹਿਲੇ ਤੇ ਟਾਲ ਮਟੋਲ ਕੀਤਾ, ਪਰ ਫਿਰ ਠੰਡੀ ਆਹ ਭਰ ਕੇ ਦਾਸਤਾਨ ਸੁਣਾਈ। ਬਾਬਾ ਰਹਿਮਤ ਕਹਿੰਦਾ, 20 ਸਾਲ ਪਹਿਲੇ ਜਮਸ਼ੇਦ ਤੇ ਮੀਰਾ ਜਿਗਰੀ ਯਾਰ ਸਨ। ਮੀਰਾ ਗਰੀਬ ਸੀ ਪਰ ਇਮਾਨਦਾਰੀ ਵਿੱਚ ਮਸ਼ਹੂਰ ਸੀ। ਜਮਸ਼ੇਦ ਦੇ ਬਾਪ ਨੇ ਮੀਰੇ ਦੇ ਕੋਲ ਜ਼ਮੀਨ ਦੇ ਕਾਗਜ਼ਾਤ ਤੇ ਪਿੰਡ ਦੀ ਅਮਾਨਤ ਰੱਖੀ ਸੀ। ਜਦੋਂ ਜਮਸ਼ੇਦ ਦੇ ਬਾਪ ਦੀ ਮੌਤ ਹੋਈ ਤੇ ਜਮਸ਼ੇਦ ਦੇ ਦਿਲ ਵਿੱਚ ਲਾਲਚ ਆ ਗਿਆ। ਉਹਨੇ ਮੀਰੇ ਨੂੰ ਆਖਿਆ ਕਿ ਕਾਗਜ਼ਾਤ ਮੇਰੇ ਹਵਾਲੇ ਕਰ ਦੇ, ਪਰ ਮੀਰੇ ਨੇ ਕਿਹਾ, ਜਮਸ਼ੇਦ ਤੇਰੇ ਬਾਪ ਨੇ ਕਿਹਾ ਸੀ ਕਿ ਇਹ ਜ਼ਮੀਨ ਯਤੀਮ ਖਾਨੇ ਲਈ ਏ, ਮੈਂ ਧੋਖਾ ਨਹੀਂ ਕਰ ਸਕਦਾ। ਫਿਰ ਇੱਕ ਤੂਫਾਨੀ ਰਾਤ ਜਮਸ਼ੇਦ ਨੇ ਲਾਲਚ ਵਿੱਚ ਆ ਕੇ ਮੀਰੇ ਨੂੰ ਕਤਲ ਕਰ ਦਿੱਤਾ ਔਰ ਉਹਨੂੰ ਉਸ ਹਵੇਲੀ ਦੇ ਤਹਿਖਾਨੇ ਵਿੱਚ ਦਫਨ ਕਰ ਦਿੱਤਾ। ਸਭ ਨੂੰ ਕਿਹਾ ਕਿ ਮੀਰਾ ਪਿੰਡ ਛੋੜ ਕੇ ਚਲਾ ਗਿਆ। ਜਮਸ਼ੇਦ ਨੇ ਸਾਰੀ ਜ਼ਮੀਨ ਆਪਣੇ ਨਾਂ ਕਰ ਲਈ, ਪਰ ਉਸ ਦਿਨ ਤੋਂ ਬਾਅਦ ਜਮਸ਼ੇਦ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ। ਵਕਤ ਗੁਜ਼ਰਿਆ। ਅਰਮਾਨ ਨੂੰ ਪਿੰਡ ਦੀ ਇੱਕ ਗਰੀਬ ਕੁੜੀ ਜ਼ੈਨਬ ਨਾਲ ਪਿਆਰ ਹੋ ਗਿਆ। ਅਰਮਾਨ ਨੇ ਜ਼ਿੱਦ ਕੀਤੀ ਕਿ ਉਹਨੇ ਜ਼ੈਨਬ ਨਾਲ ਹੀ ਨਿਕਾਹ ਕਰਨਾ ਹੈ। ਜਦੋਂ ਜ਼ੈਨਬ ਦੇ ਘਰ ਵਾਲੇ ਰਿਸ਼ਤਾ ਲੈ ਕੇ ਆਏ ਤੇ ਜਮਸ਼ੇਦ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਜ਼ੈਨਬ ਦੇ ਬਾਪ ਦੀ ਤਸਵੀਰ ਉਹੀ ਸੀ ਜਿਹੜੀ ਜਮਸ਼ੇਦ ਦੇ ਸੰਦੂਕ ਵਿੱਚ ਮੀਰਾ ਦੀ ਸੀ। ਜ਼ੈਨਬ ਮੀਰਾ ਦੀ ਉਹੀ ਧੀ ਸੀ ਜੋ ਕਤਲ ਦੇ ਵਕਤ ਮਾਂ ਦੇ ਪੇਟ ਵਿੱਚ ਸੀ ਔਰ ਬਾਅਦ ਵਿੱਚ ਪਿੰਡ ਦੇ ਦੂਰ ਦਰਾਜ਼ ਇਲਾਕੇ ਵਿੱਚ ਪ੍ਰਵਾਨ ਚੜ੍ਹੀ। ਜਮਸ਼ੇਦ ਨੂੰ ਮਹਿਸੂਸ ਹੋਇਆ ਕਿ ਰੱਬ ਨੇ ਉਹਨੂੰ ਉੱਥੇ ਹੀ ਲਿਆ ਖੜਾ ਕੀਤਾ ਹੈ ਜਿੱਥੇ ਉਹਨੇ ਗੁਨਾਹ ਕੀਤਾ ਸੀ। ਉਹਨੇ ਸੋਚਿਆ ਕਿ ਜੇ ਇਹ ਨਿਕਾਹ ਹੋਇਆ ਤੇ ਰਾਜ਼ ਖੁੱਲ੍ਹ ਜਾਏਗਾ। ਨਿਕਾਹ ਦੀ ਰਾਤ ਸੀ। ਜਮਸ਼ੇਦ ਨੇ ਫੈਸਲਾ ਕੀਤਾ ਕਿ ਉਹ ਆਪਣਾ ਗੁਨਾਹ ਕਬੂਲ ਕਰ ਲਵੇਗਾ। ਉਹਨੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਔਰ ਹਵੇਲੀ ਦੇ ਤਹਿਖਾਨੇ ਵਿੱਚ ਲੈ ਗਿਆ। ਉਹਨੇ ਉਹ ਸੰਦੂਕ ਖੋਲ੍ਹਿਆ ਤੇ ਰੋ ਰੋ ਕੇ ਆਪਣਾ ਗੁਨਾਹ ਕਬੂਲ ਕੀਤਾ। ਉਹਨੇ ਕਿਹਾ, ਅਰਮਾਨ, ਮੀਰਾ ਤੇਰਾ ਚਾਚਾ ਸੀ ਤੇ ਜ਼ੈਨਬ ਤੇਰੀ ਭੈਣ ਵਰਗੀ ਏ ਤੇ ਮੈਂ ਕਾਤਲ ਹਾਂ। ਪਰ ਉਸ ਵਕਤ ਜ਼ੈਨਬ ਦੇ ਦਾਦਾ ਨੇ ਇੱਕ ਐਸੀ ਗੱਲ ਕਹੀ ਜਿਸ ਨੇ ਸਭ ਨੂੰ ਰੁਲਾ ਦਿੱਤਾ। ਉਹਨੇ ਕਿਹਾ, ਜਮਸ਼ੇਦ, ਮੀਰਾ ਨੇ ਮਰਨੇ ਤੋਂ ਪਹਿਲੇ ਇੱਕ ਖਤ ਲਿਖਿਆ ਸੀ ਕਿ ਜੇ ਕਦੀ ਮੇਰਾ ਯਾਰ ਮੇਰੇ ਨਾਲ ਧੋਖਾ ਕਰੇ ਤੇ ਉਹਨੂੰ ਮਾਫ਼ ਕਰ ਦੇਣਾ, ਕਿਉਂਕਿ ਯਾਰੀ ਜ਼ਮੀਨ ਤੋਂ ਵੱਡੀ ਹੁੰਦੀ ਹੈ। ਜਮਸ਼ੇਦ ਨੇ ਜਦ ਵੇਖਿਆ ਕਿ ਮੀਰਾ ਨੇ ਮਰ ਕੇ ਵੀ ਦੋਸਤੀ ਨਿਭਾਈ ਏ ਤੇ ਉਸ ਦਾ ਦਿਲ ਫਟ ਗਿਆ ਤੇ ਉਹ ਉਸੇ ਮਿੱਟੀ ਦੇ ਢੇਰ ਤੇ ਡਿੱਗ ਕੇ ਦਮ ਤੋੜ ਗਿਆ। ਦੋਸਤੋ, ਸੋਨਾ ਗੱਖੜ ਦੀ ਅੱਜ ਦੀ ਦਾਸਤਾਨ ਸਾਨੂੰ ਇਹ ਸਬਕ ਦਿੰਦੀ ਏ ਕਿ ਜ਼ਮੀਨ ਤੇ ਜ਼ੈਲਦਾਰੀਆਂ ਹਮੇਸ਼ਾ ਨਹੀਂ ਰਹਿੰਦੀਆਂ। ਇਨਸਾਨ ਮਿੱਟੀ ਵਿੱਚ ਮਿਲ ਜਾਂਦਾ ਏ ਪਰ ਉਹਦੇ ਅਮਾਲ ਉਹਦਾ ਪਿੱਛਾ ਨਹੀਂ ਛੱਡਦੇ। ਜਮਸ਼ੇਦ ਨੇ ਜ਼ਮੀਨ ਤੇ ਜਿੱਤ ਲਈ ਪਰ ਸਕੂਨ ਹਾਰ ਗਿਆ। ਰੱਬ ਦੀ ਲਾਠੀ ਬੇਆਵਾਜ਼ ਏ, ਗਰੀਬ ਦੀ ਆਹ, ਦੁਸ਼ਮਣ ਦੀ ਮਾਫੀ, ਦੋਨੋਂ ਇਨਸਾਨ ਨੂੰ ਝੰਜੋੜ ਦਿੰਦੀਆਂ ਨੇ।
ਮਾਂ-ਬਾਪ ਦੀ ਇੱਜ਼ਤ ਕਰੋ, ਹਲਾਲ ਕਮਾਓ ਔਰ ਕਦੀ ਕਿਸੇ ਦਾ ਹੱਕ ਨਾ ਮਾਰੋ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਕਹਾਣੀ ਦੇ ਨਾਲ। ਅਸਲਾਮੁ ਅਲੈਕੁਮ।